ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 220 ਤੋਂ ਲੈ ਕੇ 222 ਤੱਕ ਸਵੈਮਾਨ ਬਾਣੀ 'ਤੇ ਵਿਚਾਰ ਕਰਦੇ ਹਾਂ ਜੀ। ਪਹਿਲਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਹੈ, ਫਿਰ ਉਹ ਤੋਂ ਬਾਅਦ ਰਾਗ ਗੌੜੀ ਵਿੱਚ ਅਸ਼ਟਪਦੀਆਂ ਸ਼ੁਰੂ ਨੇ, ਮਹੱਲਾ ਪਹਿਲੇ ਦੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ। ਆਓ ਜੀ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਗੌੜੀ ਮਹੱਲਾ ਨੌਵਾਂ। ਸਾਧੋ ਰਾਮ ਸਰਨ ਬਿਸਰਾਮਾ, ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾਓ। ਹਾਂਜੀ ਸੰਗਤ ਜੀ, ਨੌਵੇਂ ਪਾਤਸ਼ਾਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਕਿ ਹੇ ਸੰਤ ਜਨੋ, ਪਰਮਾਤਮਾ ਦੀ ਸ਼ਰਨ ਵਿੱਚ ਆਓ ਤੇ ਉੱਥੇ ਹੀ ਆਨੰਦ ਹੈ। ਪਰਮਾਤਮਾ ਦੀ ਸ਼ਰਨ ਵਿੱਚ ਆਇਆਂ ਹੀ ਮਨ ਨੂੰ ਆਨੰਦ ਮਿਲਦਾ ਹੈ। ਕਹਿੰਦੇ ਜਿਹੜੇ ਵੇਦ ਪੁਰਾਣ ਨੇ, ਕਹਿੰਦੇ ਨੇ ਉਹਨਾਂ ਨੂੰ ਪੜ੍ਹਿਆਂ ਵੀ ਇਹੀ ਪਤਾ ਲੱਗਦਾ ਹੈ। ਉਹ ਕਹਿੰਦੇ ਨੇ ਕਿ ਪਰਮਾਤਮਾ ਦੇ ਗੁਣ ਗਾਓ, ਪਰਮਾਤਮਾ ਦਾ ਨਾਮ ਸਿਮਰੋ। ਹਾਂਜੀ ਸੰਗਤ ਜੀ, ਜਿਸ ਸਮੇਂ ਪਾਤਸ਼ਾਹ ਹੋਏ ਨੇ ਗੁਰੂ ਸਾਹਿਬਾਨ, ਉਸ ਸਮੇਂ ਜਿਸ ਤਰ੍ਹਾਂ ਵੇਦ ਪੁਰਾਣ ਬਹੁਤ, ਜਿੱਦਾਂ ਬਹੁਤੀ ਜਨਤਾ ਮਤਲਬ ਵੇਦ ਪੁਰਾਣਾਂ ਦਾ ਪਾਠ ਕਰਦੀ ਸੀ ਜਾਂ ਬ੍ਰਾਹਮਣ ਲੋਕ ਸੀਗੇ, ਇਸ ਕਰਕੇ ਫਿਰ ਪਾਤਸ਼ਾਹ ਹਮੇਸ਼ਾ ਵੇਦ ਪੁਰਾਣ ਦਾ ਜ਼ਿਕਰ ਕਰਦੇ ਨੇ, ਕਿਉਂਕਿ ਉਸ ਸਮੇਂ ਉਹਨਾਂ ਨੇ ਜਿਵੇਂ ਪੰਡਤ ਲੋਕਾਂ ਨੂੰ, ਹੋਰ ਸੰਗਤ ਨੂੰ ਜਿਵੇਂ ਉਹਨਾਂ ਨੇ ਉਪਦੇਸ਼ ਕਰਨਾ ਹੁੰਦਾ ਸੀ, ਤਾਂ ਕਿ ਬਹੁਤੀ ਸੰਗਤ ਵੇਦ ਪੁਰਾਣਾਂ ਤੋਂ ਜ਼ਿਆਦਾ ਕਹਿੰਦੇ ਕਿ ਵਾਕਫ ਸੀ। ਉਹਨਾਂ ਨੂੰ ਪਤਾ ਸੀ ਕਿ ਵੀ ਇਹ ਧਾਰਮਿਕ ਗ੍ਰੰਥ ਨੇ, ਜਾਂ ਕੁਰਾਨ ਦਾ ਵੀ ਅਲੱਗ-ਅਲੱਗ ਜਗ੍ਹਾ 'ਤੇ ਜ਼ਿਕਰ ਆਉਂਦਾ, ਤਾਂ ਕਿ ਫਿਰ ਉਹਨਾਂ ਨੂੰ ਸਮਝ ਲੱਗ ਜਾਏ ਵੀ ਕਿਹੜੀਆਂ ਧਾਰਮਿਕ ਕਿਤਾਬਾਂ ਉਸ ਸਮੇਂ ਸੀ, ਕਿ ਉਹਨਾਂ ਨੂੰ ਸਮਝਾਉਣ ਦੇ ਲਈ ਇਹ ਬਹੁਤਾ ਆਪਾਂ ਦੇਖਦੇ ਹਾਂ ਕਿ ਵੇਦ ਪੁਰਾਣ ਕੁਰਾਨ ਦਾ ਜ਼ਿਕਰ ਆਉਂਦਾ ਨਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਲੋਭ ਮੋਹ ਮਾਇਆ ਮਮਤਾ ਫੁਨ, ਔ ਬਿਖਿਅਨ ਕੀ ਸੇਵਾ, ਹਰਖ ਸੋਗ ਪਰਸੈ ਜਿਹ ਨਾਹਨ, ਸੋ ਮੂਰਤ ਹੈ ਦੇਵਾ। ਕਹਿੰਦੇ ਜਿਹੜਾ ਜੀਵ ਲੋਭ ਮੋਹ ਮਾਇਆ ਦੀ ਮਮਤਾ, ਹੋਰ ਕਹਿੰਦੇ ਜਿਹੜੇ ਵਿਕਾਰਾਂ ਦੇ ਵਿੱਚ ਨਹੀਂ ਹੈਗਾ ਫਸਦਾ, ਜਿਹਨੂੰ ਕਹਿੰਦੇ ਹਰਖ ਖੁਸ਼ੀ ਹੋਵੇ ਗਮੀ ਹੋਵੇ, ਕਹਿੰਦੇ ਵੀ ਉਹਨੂੰ ਦੋਨੋਂ ਇੱਕ ਸਮਾਨ ਨੇ। ਕਹਿੰਦੇ ਉਹ ਜੀਵ ਤੇ ਪਰਮਾਤਮਾ ਦੀ ਹੀ ਮੂਰਤ ਹੈ, ਪਰਮਾਤਮਾ ਦਾ ਹੀ ਰੂਪ ਹੈ ਉਹ ਜੀਵ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਤਿਉ ਕੰਚਨ ਅਰ ਪੈਸਾ। ਕਹਿੰਦੇ ਉਸ ਜੀਵ ਲਈ ਸੁਰਗ ਨਰਕ ਅੰਮ੍ਰਿਤ ਜ਼ਹਿਰ ਕੰਚਨ ਸੋਨਾ ਤਾਂਬਾ ਸਭ ਕੁਛ ਉਹਨੂੰ ਇੱਕ ਸਮਾਨ ਆ। ਉਹਨੂੰ ਇਹ ਨਹੀਂ ਫਰਕ ਹੈਗਾ ਵੀ ਇਹ ਚੀਜ਼ ਚੰਗੀ ਆ ਇਹ ਮਾੜੀ ਆ, ਕਿਉਂਕਿ ਉਹ ਪਰਮਾਤਮਾ ਦਾ ਰੂਪ ਹੀ ਬਣ ਗਿਆ, ਉਹਦੇ ਲਈ ਸਭ ਇੱਕ ਸਮਾਨ ਆ। ਉਸਤਤ ਨਿੰਦਾ ਇਹ ਸਮਝਾ ਕੈ, ਲੋਭ ਮੋਹ ਫੁਨ ਤੈਸਾ। ਉਹ ਕਹਿੰਦੇ ਉਹਦੇ ਲਈ ਕੋਈ ਉਹਦੀ ਉਸਤਤ ਕਰਦਾ ਨਿੰਦਾ ਕਰਦਾ, ਉਹਨੂੰ ਉਹਦੇ ਨਾਲ ਕੋਈ ਫਰਕ ਨਹੀਂ ਹੈਗਾ। ਕਹਿੰਦੇ ਉਹਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਹੈਗਾ, ਉਹਨੂੰ ਕਹਿੰਦੇ ਮੋਹ ਨਹੀਂ ਰਹਿ ਗਿਆ। ਉਹ ਮਤਲਬ ਜਿਸ ਤਰ੍ਹਾਂ ਨਿਰਲੇਪ ਹੋ ਗਿਆ ਜੀਵ। ਦੁੱਖ ਸੁੱਖ ਇਹ ਬਾਧੇ ਜਿਹ ਨਾਹਨ, ਤਿਹ ਤੁਮ ਜਾਨੋ ਗਿਆਨੀ। ਕਹਿੰਦੇ ਜਿਹਨੂੰ ਦੁੱਖ ਤੇ ਸੁੱਖ ਦੇ ਬੰਧਨਾਂ ਨੇ ਬੰਧਿਆ ਨਹੀਂ ਹੋਇਆ, ਦੁੱਖ ਆਏ ਸੁੱਖ ਆਏ, ਉਹ ਹਰ ਇੱਕ ਨੂੰ ਪਰਮਾਤਮਾ ਦੀ ਰਜ਼ਾ ਮੰਨਦਾ। ਕਹਿੰਦੇ ਉਹ ਜੀਵ ਆ ਅਸਲ ਦੇ ਵਿੱਚ ਤਤ ਗਿਆਨੀ, ਜਿਹਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਇਹ ਬਿਦ ਕੋ ਜੋ ਪ੍ਰਾਨੀ। ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਆਪਾਂ ਉੱਪਰ ਸਾਰੇ ਗਿਣੇ ਨਾ, ਕਿ ਜਿਹੜੇ ਜੀਵ ਲਈ ਹਰਖ ਸੋਗ ਨਰਕ ਸੁਰਗ ਆਦਰ ਨਿਰਾਦਰ ਸਭ ਇੱਕੋ ਜਿਹੇ ਨੇ, ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੀ ਇਹ ਜੀਵਨ ਮਰਿਆਦਾ ਬਣ ਗਈ ਆ, ਉਹਨੂੰ ਤੁਸੀਂ ਸਮਝੋ ਕਿ ਉਹ ਜੀਵ ਜੀਵਨ ਮੁਕਤ ਹੈ, ਉਹਦੀ ਵਿਕਾਰਾਂ ਤੋਂ ਖਲਾਸੀ ਹੈ।
ਵਾਹਿਗੁਰੂ ਜੀ। ਗੌੜੀ ਮਹੱਲਾ ਨੌਵਾਂ। ਮਨ ਰੇ ਕਹਾ ਪਿਓ ਤੈ ਬੌਰਾ, ਅਹਨਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹੌਰਾ ਰਹਾਓ। ਹਾਂਜੀ ਸੰਗਤ ਜੀ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਕਹਿੰਦੇ ਹੇ ਮੇਰੇ ਮਨ, ਤੂੰ ਕਹਿੰਦੇ ਕਿਉਂ ਕਹਿੰਦੇ ਬੌਖਲਾਇਆ ਹੋਇਆ ਹੈ। ਕਹਿੰਦੇ ਕਿਉਂ ਤੈਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਕਿ ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ ਅਤੇ ਤੂੰ ਪਰਮਾਤਮਾ ਦਾ ਨਾਮ ਨਹੀਂ ਲੈ ਰਿਹਾ, ਅਤੇ ਇਸ ਤਰ੍ਹਾਂ ਤੇਰਾ ਜਿਹੜਾ ਆਤਮਿਕ ਜੀਵਨ ਆ ਉਹ ਕਮਜ਼ੋਰ ਹੁੰਦਾ ਜਾ ਰਿਹਾ। ਜੋ ਤਨ ਤੈ ਆਪਣੋ ਕਰ ਮਾਨਿਓ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇ ਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਕਹਿੰਦੇ ਹੇ ਜੀਵ, ਸੋਚ ਵਿਚਾਰ ਕਰਕੇ ਦੇਖ, ਇਸ ਸਰੀਰ ਨੂੰ, ਇਸਤਰੀ ਨੂੰ, ਸਾਰੇ ਘਰ-ਬਾਰ ਨੂੰ, ਤੂੰ ਜਿਹਨੂੰ ਸਭ ਕੁਛ ਨੂੰ ਆਪਣਾ ਸਮਝ ਰਿਹਾ, ਇਹ ਸੋਚ ਕਹਿੰਦੇ ਵਿਚਾਰ ਕਰ, ਕਹਿੰਦੇ ਅੰਤ ਵਿੱਚ ਤੇਰੇ ਨਾਲ ਇਹਨਾਂ 'ਚੋਂ ਕਿਸੇ ਨੇ ਸਹਾਈ ਨਹੀਂ ਹੋਣਾ, ਤੇਰੇ ਨਾਲ ਕਿਸੇ ਨੇ ਨਹੀਂ ਨਿਭਣਾ। ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਕਹਿੰਦੇ ਜਿਹੜਾ ਤੇ ਮਨੁੱਖਾ ਜਨਮ ਰਤਨ ਪਦਾਰਥ ਆ, ਕਹਿੰਦੇ ਇਹ ਕਹਿੰਦੇ ਵੀ ਬਹੁਤ ਮੁਸ਼ਕਿਲ ਦੇ ਨਾਲ ਮਿਲਿਆ, ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਕਹਿੰਦੇ ਤੂੰ ਇਹਨੂੰ ਨਿਸਫਲ ਕਰ ਲਿਆ, ਇਹਨੂੰ ਵਿਅਰਥਾ ਗਵਾ ਲਿਆ। ਕਹਿੰਦੇ ਪਰਮਾਤਮਾ ਦੀ ਭਗਤੀ ਕਰਕੇ ਤੂੰ ਆਪਣੀ ਕੋਈ ਉੱਚੀ ਆਤਮਿਕ ਅਵਸਥਾ ਨਹੀਂ ਬਣਾਈ। ਨਿਮਖ ਨ ਲੀਨ ਭਇਓ ਚਰਨਨ ਸਿਉ, ਬਿਰਥਾ ਔਦ ਸਿਰਾਨੀ। ਕਹਿੰਦੇ ਤੂੰ ਇੱਕ ਪਲ ਲਈ ਵੀ ਪਰਮਾਤਮਾ ਦੇ ਚਰਨਾਂ ਨਾਲ ਲਿਵ ਨਹੀਂ ਲਾਈ, ਕਹਿੰਦੇ ਤੂੰ ਆਪਣੀ ਸਾਰੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਆ। ਵਾਹਿਗੁਰੂ ਜੀ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ, ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਹਿੰਦੇ ਸਿਰਫ ਉਹੀ ਸੁਖੀ ਰਹਿ ਸਕਦਾ ਹੈ। ਬਾਕੀ ਕਹਿੰਦੇ ਸਾਰਾ ਸੰਸਾਰ ਜੋ ਮਾਇਆ ਦੇ ਮੋਹ ਵਿੱਚ ਹੈ, ਉਹ ਕਦੇ ਵੀ ਨਿਰਭੈ ਪਦ ਨਹੀਂ ਪਾ ਸਕਦਾ, ਉਹ ਹਮੇਸ਼ਾ ਹੀ ਡਰ ਅਤੇ ਸਹਿਮ ਵਿੱਚ ਰਹਿੰਦਾ ਹੈ। ਗੌੜੀ ਮਹੱਲਾ ਨੌਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਿਆਲ ਸਗਲ ਪੈ ਪੰਜਨ, ਸਰਨ ਤਾਹੇ ਤੁਮ ਪਰ ਰੇ ਰਹਾਓ। ਕਹਿੰਦੇ ਹੇ ਜੀਵ, ਕਹਿੰਦੇ ਤੂੰ ਸੁਚੇਤ ਹੋ, ਤੂੰ ਕਹਿੰਦੇ ਅਚੇਤ ਹੋਇਆ ਅਚੇਤ ਹੋਣ ਦੇ ਕਰਕੇ ਤੂੰ ਪਾਪ ਕਰ ਰਿਹਾ ਅਤੇ ਪਰਮਾਤਮਾ ਤੋਂ ਨਹੀਂ ਡਰ ਰਿਹਾ। ਕਹਿੰਦੇ ਹੇ ਨਰ, ਤੂੰ ਕਹਿੰਦੇ ਸੁਚੇਤ ਹੋ, ਪਾਪ ਨਾ ਕਰ, ਪਾਪ ਕਰਨ ਤੋਂ ਡਰ। ਕਹਿੰਦੇ ਉਹ ਪਰਮਾਤਮਾ ਜੋ ਸਾਰੇ ਸਾਡੇ ਦੁੱਖ, ਸਾਡੇ ਸਾਰੇ ਡਰ ਖਤਮ ਕਰਨ ਵਾਲਾ, ਉਹਦੀ ਸ਼ਰਨ ਪੈ, ਉਹਦਾ ਨਾਮ ਜਪ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮਿਉ ਤਰ ਰੇ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀਏ ਮੋਹ ਤਰ ਰੇ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਕਹਿੰਦੇ ਵੇਦ ਪੁਰਾਣ ਵੀ ਜਿਸ ਪਰਮਾਤਮਾ ਦਾ ਜਸ ਗਾਉਂਦੇ ਨੇ, ਕਹਿੰਦੇ ਉਹਦੇ ਗੁਣ ਗਾ, ਕਹਿੰਦੇ ਆਪਣੇ ਮਨ ਦੇ ਵਿੱਚ ਕਹਿੰਦੇ ਉਹਦਾ ਨਾਮ ਵਸਾ, ਕਹਿੰਦੇ ਉਸ ਪਰਮਾਤਮਾ ਦਾ। ਉਹ ਪਰਮਾਤਮਾ ਕਹਿੰਦੇ ਜੋ ਪਤਿਤ ਨੂੰ ਪਾਵਨ ਕਰਨ ਵਾਲਾ ਹੈ, ਉਹਦਾ ਨਾਮ ਕਹਿੰਦੇ ਪਵਿੱਤਰ ਹੈ। ਕਹਿੰਦੇ ਸੰਸਾਰ ਵਿੱਚ ਕਹਿੰਦੇ ਉਹਦਾ ਨਾਮ ਜਪ ਜਪ ਕੇ ਆਪਣੇ ਸਾਰੇ ਪਾਪ ਖਤਮ ਕਰ ਲੈ। ਉਹਦੇ ਨਾਮ ਜਪਿਆਂ ਹੀ ਪਾਪ ਖਤਮ ਹੋਣੇ ਨੇ। ਮਾਨਸ ਦੇਹ ਬਹੁਰ ਨਹਿ ਪਾਵੈ, ਕਛ ਉਪਾਉ ਮੁਕਤ ਕਾ ਕਰ ਰੇ।
नानक कहत गाए करुणा मैं, पव सागर कै पार उतर रे। नानक कहत गाए करुणा मैं, पव सागर कै पार उतर रे। ਨਾਨਕ ਜੀ ਕਹਿੰਦੇ ਨੇ ਉਹ ਪਰਮਾਤਮਾ ਜੋ ਦਇਆ ਦਾ ਸਾਗਰ ਆ, ਕਹਿੰਦੇ ਉਹਦੇ ਕਹਿੰਦੇ ਗੁਣ ਗਾ ਤੇ ਇਸ ਜਿਹੜਾ ਭਵ ਸਾਗਰ ਆ ਸੰਸਾਰ ਦਾ, ਇਹਨੂੰ ਤਰ ਲੈ। ਕਹਿੰਦੇ ਜਿਹੜੀ ਇਹ ਮਨੁੱਖਾ ਜੀਵਨ ਆ, ਕਹਿੰਦੇ ਇਹ ਬੜੀ ਮੁਸ਼ਕਿਲ ਨਾਲ ਆਉਂਦਾ, ਵਾਰ-ਵਾਰ ਪ੍ਰਾਪਤ ਹੋਏ ਪਤਾ ਨਹੀਂ, ਪਰ ਹੁਣ ਮਿਲਿਆ ਹੈ, ਮੁਸ਼ਕਿਲ ਨਾਲ ਮਿਲਿਆ ਹੈ। ਇਹਦੇ ਵਿੱਚ ਤੂੰ ਆਪਣੇ ਮੁਕਤੀ ਪਾ, ਤਾਂ ਕਿ ਤੈਨੂੰ ਜਨਮ ਮਰਨ ਦੇ ਚੱਕਰ ਵਿੱਚ ਨਾ ਪੈਣਾ ਪਵੇ, ਕਿਉਂ ਮੁਕਤੀ ਸਿਰਫ ਇਸ ਮਨੁੱਖਾ ਜੀਵਨ 'ਚ ਹੀ ਮਿਲ ਸਕਦੀ ਆ। ਇਸ ਕਰਕੇ ਕਹਿੰਦੇ ਨੇ ਨਾ, ਇਸ ਦੇਹੀ ਕੋ ਸਿਮਰੈ ਦੇਵ। ਜਿਹੜੇ ਦੇਵਤੇ ਨੇ ਨਾ, ਉਹ ਵੀ ਮਨੁੱਖਾ ਦੇਹੀ ਚਾਹੁੰਦੇ ਨੇ, ਤਾਂ ਕਿ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ ਜਾ ਸਕੇ। ਜਿਹੜੀਆਂ ਦੇਵਤਾ ਰੂਹਾਂ ਹੁੰਦੀਆਂ ਨੇ, ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦੀਆਂ ਜਦ ਤੱਕ ਉਹਨਾਂ ਨੂੰ ਮਨੁੱਖਾ ਦੇਹ ਨਹੀਂ ਮਿਲਦੀ ਨਾਮ ਜਪਣ ਦੇ ਲਈ। ਇਸ ਲਈ ਕਿਹਾ ਨਾ, ਇਸ ਦੇਹੀ ਕੋ ਸਿਮਰੇ ਦੇਵ। ਚਾਹੁੰਦੇ ਨੇ ਵੀ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋਵੇ, ਤੇ ਸਾਨੂੰ ਜੀਵਾਂ ਨੂੰ ਇਹ ਪ੍ਰਾਪਤ ਹੋਈ ਆ, ਤੇ ਅਸੀਂ ਇਹਨੂੰ ਸਫਲ ਕਰੀਏ। ਅਸੀਂ ਇਸ ਜੀਵਨ ਦੇ ਵਿੱਚ ਉਹਦਾ ਨਾਮ ਜਪ ਕੇ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਕਰ ਸਕੀਏ। ਵਾਹਿਗੁਰੂ ਜੀ। ਰਾਗ ਗੌੜੀ ਅਸ਼ਟਪਦੀਆਂ ਮਹੱਲਾ ਪਹਿਲਾ। ਗੌੜੀ ਗੁਆਰੇਰੀ ਏਕ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਉਹ ਸੱਚਾ ਪਰਮਾਤਮਾ ਕਹਿੰਦੇ ਜੋ ਸਭ ਕੁਝ ਕਰਨਹਾਰ ਹੈ, ਇੱਕ ਹੈ, ਇੱਕ ਓਂਕਾਰ ਹੈ। ਉਹਦੇ ਤੋਂ ਸ੍ਰਿਸ਼ਟੀ ਦੀ ਰਚਨਾ ਹੋਈ ਆ, ਪਰ ਉਹ ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਨਿੱਧ ਸਿੱਧ ਨਿਰਮਲ ਨਾਮ ਵਿਚਾਰ, ਪੂਰਨ ਪੂਰ ਰਿਹਾ ਬਿਖਮਾਰ। ਕਹਿੰਦੇ ਉਹ ਪਰਮਾਤਮਾ ਜੋ ਸਾਰੀਆਂ ਰਿੱਧੀਆਂ ਸਿੱਧੀਆਂ ਖਜ਼ਾਨੇ ਹੈ ਸਾਰੇ, ਉਸ ਪਰਮਾਤਮਾ ਦੇ ਨਾਮ ਦੀ ਵਿਚਾਰ ਕਰ। ਉਹ ਪਰਮਾਤਮਾ ਕਹਿੰਦੇ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਉਹਦਾ ਨਾਮ ਜਪ ਤੇ ਆਪਣੇ ਅੰਦਰੋਂ ਕਹਿੰਦੇ ਮਾਇਆ ਦੀ ਜ਼ਹਿਰ ਖਤਮ ਕਰ। ਤ੍ਰਿਕੁਟੀ ਛੂਟੀ ਬਿਮਲ ਮਜਾਰ, ਗੁਰ ਕੀ ਮਤ ਜੀ ਆਈ ਕਾਰ। ਕਹਿੰਦੇ ਜਿਸ ਜੀਵ ਨੇ ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਦਾ ਨਾਮ ਜਪਣ ਦੀ ਕੰਮ ਕੀਤਾ, ਉਹਦੇ ਕਹਿੰਦੇ ਅੰਦਰੋਂ ਪਰਮਾਤਮਾ ਨੇ ਜਿਹੜੀ ਹੈਗੀ ਆ ਤ੍ਰਿਕੁਟੀ ਹੈਗੀ ਆ, ਕਹਿੰਦੇ ਜਿੱਦਾਂ ਮਤਲਬ ਅੰਦਰ ਕਹਿੰਦੇ ਇੱਕ ਤਰ੍ਹਾਂ ਦੀ ਜਿਵੇਂ ਤੁਖ ਹੀ ਲੱਗੀ ਹੋਈ ਆ, ਉਹ ਖਤਮ ਕੀਤੀ ਆ ਜਿਸ ਜੀਵ ਨੇ ਵੀ ਪਰਮਾਤਮਾ ਦਾ ਨਾਮ ਲਿਆ ਹੈ। ਵਾਹਿਗੁਰੂ। ਇਨ ਬਿਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਓ। ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਜੀਵ ਨੂੰ ਗਿਆਨ ਦਾ ਸੁਰਮਾ ਮਿਲ ਜਾਂਦਾ, ਤਾਂ ਇਸ ਤਰ੍ਹਾਂ ਫਿਰ ਜੀਵ ਇਹ ਅਨੁਭਵ ਕਰ ਲੈਂਦਾ ਕਿ ਪਰਮਾਤਮਾ ਮੇਰੇ ਅੰਦਰ ਹੀ ਹੈ, ਤੇ ਉਹਦਾ ਮਨ ਪਰਮਾਤਮਾ ਦੇ ਨਾਲ ਪਤੀਜ ਜਾਂਦਾ। ਉਹ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦਾ ਜਦੋਂ ਗੁਰੂ ਦਾ ਦਿੱਤਾ ਹੋਇਆ ਗਿਆਨ ਦਾ ਸੁਰਮਾ ਮਿਲਦਾ ਜੀਵ ਨੂੰ। ਇੱਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਪਰਮ ਚੁਕਾਇਆ। ਕਹਿੰਦੇ ਜਦੋਂ ਜੀਵ ਦਾ ਮਨ ਉਸ ਇੱਕ ਪਰਮਾਤਮਾ ਦੇ ਨਾਲ ਗਿੱਝ ਜਾਂਦਾ, ਪਰਮਾਤਮਾ ਨੂੰ ਅਨੁਭਵ ਕਰ ਲੈਂਦਾ ਆਪਣੇ ਅੰਦਰ ਹਿਰਦੇ ਵਿੱਚ, ਫਿਰ ਉਹ ਜੀਵ ਆਤਮਿਕ ਅਡੋਲਤਾ ਵਿੱਚ ਆ ਜਾਂਦਾ। ਫਿਰ ਜਿਹੜੀ ਗੁਰੂ ਦੀ ਬਾਣੀ ਆ, ਉਹਦੇ ਨਾਲ ਉਹਦੇ ਅੰਦਰੋਂ ਸਾਰੇ ਸੰਸ਼ੇ ਖਤਮ ਹੋ ਜਾਂਦੇ ਨੇ। ਲਾਲ ਭਏ ਸੂਹਾ ਰੰਗ ਮਾਇਆ, ਨਦਰ ਪਈ ਬਿਖ ਠਾਕ ਰਹਾਇਆ। ਜਦੋਂ ਕਹਿੰਦੇ ਜੀਵ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਲਾਲ ਹੋ ਜਾਂਦਾ,
ਤਾਂ ਜਿਹੜਾ ਮਾਇਆ ਦਾ ਲਾਲ ਰੰਗ ਹੁੰਦਾ ਕਸੁੰਭੇ ਵਰਗਾ, ਉਹਦੀ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਥੋੜ ਚਿਰਾ ਹੈ ਰੰਗ। ਫਿਰ ਜਦੋਂ ਪਰਮਾਤਮਾ ਦੀ ਮਿਹਰ ਦੀ ਨਜ਼ਰ ਪੈਂਦੀ ਹੈ ਜੀਵ 'ਤੇ, ਫਿਰ ਜੀਵ ਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਨੇ। ਉਹਦਾ ਜਿਹੜਾ ਮਨ ਹੈਗਾ ਚੰਚਲਤਾ ਛੱਡ ਦਿੰਦਾ। ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਫਿਰ ਕਹਿੰਦੇ ਜਦੋਂ ਜੀਵ ਦਾ ਮਨ ਗੁਰੂ ਦੇ ਸ਼ਬਦ ਵਿੱਚ ਲੱਗ ਜਾਂਦਾ, ਪਰਮਾਤਮਾ 'ਚ ਪ੍ਰੀਤ ਲੱਗ ਜਾਂਦੀ ਆ, ਫਿਰ ਉਹ ਸੰਸਾਰ ਵੱਲੋਂ ਉਹਦੀ ਜਿਹੜੀ ਮੱਤ ਹੈਗੀ ਆ ਉਲਟ ਹੋ ਜਾਂਦੀ ਆ। ਉਹ ਫਿਰ ਮਾਇਆ ਦਾ ਮੋਹ ਛੱਡ ਦਿੰਦਾ। ਫਿਰ ਉਹ ਸੁਚੇਤ ਹੋ ਜਾਂਦਾ ਮਾਇਆ ਵੱਲੋਂ ਕਿ ਮਾਇਆ ਮੈਨੂੰ ਮੋਹ ਰਹੀ ਹੈ, ਮੈਂ ਇਸ ਤੋਂ ਬਚਣ ਲਈ ਉਪਰਾਲਾ ਕਰਨਾ। ਰਸ ਸੰਗ ਰਹਿ ਬਿਖ ਪਰ ਹਰ ਤਿਆਗਿਆ, ਭਾਏ ਬਸੇ ਜਮ ਕਾ ਪਉ ਭਾਗਿਆ। ਜਦੋਂ ਕਹਿੰਦੇ ਜੀਵ ਪਰਮਾਤਮਾ ਦੇ ਨਾਮ ਰਸ ਨੂੰ ਇਕੱਠਾ ਕਰਦਾ, ਫਿਰ ਮਾਇਆ ਦਾ ਜ਼ਹਿਰ ਤਿਆਗ ਦਿੰਦਾ। ਜਦੋਂ ਕਹਿੰਦੇ ਪਰਮਾਤਮਾ ਦਾ ਪ੍ਰੇਮ ਮਨ ਦੇ ਵਿੱਚ ਵੱਸਦਾ ਜੀਵ ਦੇ, ਫਿਰ ਉਹਦਾ ਜਿਹੜਾ ਹੈਗਾ ਮੌਤ ਦਾ ਡਰ ਖਤਮ ਹੋ ਜਾਂਦਾ। ਸਾਧ ਰਹੇ ਬਾਦ ਅਹੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਅਪਾਰਾ। ਜਦੋਂ ਕਹਿੰਦੇ ਜੀਵ ਦਾ ਮਨ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗ ਹੁੰਦਾ ਤੇ ਪਰਮਾਤਮਾ ਦੀ ਰਜ਼ਾ ਉਹਨੂੰ ਪਿਆਰੀ ਲੱਗਣ ਲੱਗਦੀ ਆ, ਫਿਰ ਉਹ ਸੰਸਾਰਕ ਜਿਹੜੇ ਭੋਗ ਸਵਾਦ ਨੇ ਉਹਨਾਂ ਨੂੰ ਛੱਡ ਦਿੰਦਾ, ਹੰਕਾਰ ਛੱਡ ਦਿੰਦਾ, ਵਿਅਰਥ ਜਿਹੜੇ ਝਗੜੇ ਨੇ ਉਹ ਛੱਡ ਦਿੰਦਾ। ਜਾਤ ਰਹੇ ਪਤ ਕੇ ਆਚਾਰਾ, ਦ੍ਰਿਸ਼ਟ ਭਈ ਸੁਖ ਆਤਮ ਤਾਰਾ। ਜਦੋਂ ਪਰਮਾਤਮਾ ਦੀ ਕਹਿੰਦੇ ਕਿਰਪਾ ਦੀ ਦ੍ਰਿਸ਼ਟੀ ਜੀਵ 'ਤੇ ਪੈਂਦੀ ਆ ਤਾਂ ਉਹ ਅੰਤਰ ਆਤਮੇ ਸੁਖੀ ਹੋ ਜਾਂਦਾ। ਫਿਰ ਉਹ ਆਪਣੀ ਜਾਤ ਵਰਨ ਇਹਨਾਂ ਨੂੰ ਉੱਚਾ ਦਿਖਾਉਣ ਦੇ ਲਈ ਜੋ ਪਹਿਲਾਂ ਧਾਰਮਿਕ ਪਾਖੰਡ ਕਰਦਾ ਸੀ ਨਾ, ਉਹ ਸਾਰੇ ਉਹਦੇ ਛੁੱਟ ਜਾਂਦੇ ਨੇ। ਫਿਰ ਉਹ ਅਸਲੀਅਤ ਹੀ ਕਰਦਾ। ਤੁਝ ਬਿਨ ਕੋਏ ਨਾ ਦੇਖੋ ਮੀਤ, ਕਿਸ ਸੇਵੂੰ ਕਿਸ ਦੇਵੂੰ ਚੀਤ। ਹੁਣ ਕਹਿੰਦੇ ਜਦੋਂ ਜੀਵ ਦਾ ਪਰਮਾਤਮਾ 'ਤੇ ਮਨ ਪਤੀਜ ਗਿਆ, ਉਹਦੇ ਨਾਮ ਰੰਗ ਵਿੱਚ ਰੰਗਿਆ ਗਿਆ, ਫਿਰ ਕਹਿੰਦੇ ਤੁਝ ਬਿਨ ਕੋਏ ਨਾ ਦੇਖੂ ਮੀਤ। ਕਹਿੰਦੇ ਹੁਣ ਪਰਮਾਤਮਾ ਤੇਰੇ ਤੋਂ ਬਿਨਾਂ ਮੈਨੂੰ ਕੋਈ ਮਿੱਤਰ ਨਹੀਂ ਦਿਸਦਾ। ਕਿਸ ਸੇਵੂੰ ਕਿਸ ਦੇਵੂੰ ਚੀਤ। ਹੁਣ ਕਹਿੰਦੇ ਤੈਨੂੰ ਛੱਡ ਕੇ ਕਿਹਦੀ ਸੇਵਾ ਕਰਾਂ, ਕਿਹਨੂੰ ਆਪਣੇ ਚਿੱਤ ਵਿੱਚ ਵਸਾਵਾਂ। ਕਿਸ ਪੁੱਛੂੰ ਕਿਸ ਲਾਗੋਂ ਪਾਏ। ਕਹਿੰਦੇ ਹੁਣ ਫਿਰ ਮੈਂ ਕਿਹਦੇ ਤੋਂ ਹੋਰ ਉਪਦੇਸ਼ ਪੁੱਛਾਂ ਜਾਂ ਮੈਂ ਕਿਹਦੇ ਪੈਰੀਂ ਲੱਗਾ ਕਿ ਹੁਣ ਤੂੰ ਮੈਨੂੰ ਮਿਲ ਗਿਆ, ਹੁਣ ਕੋਈ ਨਹੀਂ ਰਿਹਾ ਮੈਂ ਜਿਹਦੀ ਸੇਵਾ ਕਰਾਂ। ਕਿਸ ਉਪਦੇਸ ਰਹਾ ਲਿਵ ਲਾਏ, ਗੁਰ ਸੇਵੀ ਗੁਰ ਲਾਗੋਂ ਪਾਏ। ਕਹਿੰਦੇ ਹੁਣ ਮੈਂ ਕਿਹਦੇ ਨਾਲ ਲਗਨ ਲਾਵਾਂ, ਕਿਹਦੇ ਉਪਦੇਸ਼ 'ਤੇ ਚੱਲਾਂ। ਸਿਰਫ ਗੁਰੂ ਦੀ ਕਹਿੰਦੀ ਮੈਂ ਸੇਵਾ ਕਰਨੀ ਆ ਤੇ ਗੁਰੂ ਦੇ ਹੀ ਚਰਨਾਂ ਦੀ ਪ੍ਰੀਤ ਲਾਉਣੀ ਆ। ਭਗਤ ਕਰੀ ਰਾਚੋ ਹਰ ਨਾਏ, ਸਿੱਖਿਆ ਦੀਖਿਆ ਭੋਜਨ ਪਾਓ। ਹੁਕਮ ਸੰਜੋਗੀ ਨਿਜ ਘਰ ਅਜਾਓ। ਸਿੱਖਿਆ ਦੀਖਿਆ ਭੋਜਨ ਪਾਓ, ਹੁਕਮ ਸੰਜੋਗੀ ਨਿਜ ਘਰ ਜਾਓ। ਕਹਿੰਦੇ ਹੁਣ ਸਿਰਫ ਮੈਂ ਪਰਮਾਤਮਾ ਦੀ ਭਗਤੀ ਕਰਦਾ, ਉਹਦੇ ਨਾਮ ਵਿੱਚ ਰੰਗਿਆ ਰਹਿਣਾ। ਕਹਿੰਦੇ ਜਿਹੜੀ ਵੀ ਕੋਈ ਸਿੱਖਿਆ, ਜਿਹੜਾ ਕੋਈ ਉਪਦੇਸ਼ ਆ, ਸਭ ਕਹਿੰਦੇ ਜਿਹੜਾ ਪ੍ਰੇਮ ਆ, ਸਭ ਕੁਝ ਮੇਰੇ ਲਈ ਪਰਮਾਤਮਾ ਦਾ ਨਾਮ ਹੀ ਹੈ। ਕਹਿੰਦੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੀ ਰਜ਼ਾ ਹੋਈ ਆ ਤੇ ਸੰਜੋਗ ਬਣਿਆ, ਤਾਂ ਕਹਿੰਦੇ ਮੈਂ ਆਪਣੇ ਨਿੱਜ ਦੇ ਘਰ ਵਿੱਚ ਅੰਤਰ ਹਿਰਦੇ ਦੇ ਵਿੱਚ ਕਹਿੰਦੇ ਮੇਰਾ ਹੁਣ ਨਿਵਾਸ ਹੋ ਗਿਆ। ਗਰਵ ਗਤੈ ਸੁਖ ਆਤਮ ਧਿਆਨਾ, ਜੋਤ ਭਈ ਜੋਤੀ ਮਾਹੇ ਸਮਾਨਾ। ਕਹਿੰਦੇ ਹੁਣ ਮੇਰਾ ਹੰਕਾਰ ਖਤਮ ਹੋ ਗਿਆ, ਅੰਦਰ ਕਹਿੰਦੇ ਪਰਮਾਤਮਾ ਨਾਲ ਧਿਆਨ ਲੱਗ ਗਿਆ ਤੇ ਮੈਂ ਸੁੱਖ ਵਿੱਚ ਹਾਂ। ਹੁਣ ਕਹਿੰਦੇ ਜਿਹੜੀ ਮੇਰੀ ਜਿੰਦ ਆ ਉਹ ਪਰਮਾਤਮਾ ਦੀ ਜੋਤ ਵਿੱਚ ਸਮਾ ਗਈ ਹੈ।
ਲਿਖਤ ਮਿਟੇ ਨਹੀਂ ਸ਼ਬਦ ਨਿਸ਼ਾਨਾ, ਕਰਤਾ ਕਰਨਾ ਕਰਤਾ ਜਾਣਾ। ਕਹਿੰਦੇ ਜੋ ਪਰਮਾਤਮਾ ਦਾ ਨਾਮ ਹੈ ਮੇਰੇ ਹਿਰਦੇ ਵਿੱਚ ਉਕਰ ਗਿਆ, ਕਹਿੰਦੇ ਹੁਣ ਉਹ ਮਿਟਾਇਆ ਨਹੀਂ ਜਾ ਸਕਦਾ। ਹੁਣ ਪਰਮਾਤਮਾ ਨੂੰ ਮੈਂ ਕਰਤਾ ਕਰਕੇ ਜਾਣ ਲਿਆ। ਪਰਮਾਤਮਾ ਹੈ ਤੇ ਕਰਤਾ ਹੀ ਹੈ, ਸਭ ਕੁਝ ਕਰਨ ਵਾਲਾ, ਪਰ ਜੀਵ ਇਸ ਨੂੰ ਸਮਝਦਾ ਨਹੀਂ ਗਾ। ਪਰ ਕਹਿੰਦੇ ਹੁਣ ਮੇਰੀ ਮਨ ਦੀ ਇਹ ਅਵਸਥਾ ਹੈ, ਮੈਂ ਕਰਤਾ ਨੂੰ ਕਰਤਾ ਕਰਕੇ ਜਾਣ ਲਿਆ, ਕਹਿੰਦੇ ਵੀ ਉਹੀ ਕਰਨਹਾਰ ਹੈ। ਨਹਿ ਪੰਡਤ ਨਹਿ ਚਤੁਰ ਸਿਆਣਾ, ਨਹਿ ਪੂਲੋ ਨਹਿ ਪਰਮ ਪੁਲਾਨਾ, ਕਥੋਂ ਨ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਕਹਿੰਦੇ ਮੈਂ ਹੁਣ ਆਪਣੇ ਆਪ ਨੂੰ ਨਾ ਕੋਈ ਪੰਡਤ ਸਮਝਦਾ, ਨਾ ਮੈਂ ਕੋਈ ਚਤੁਰ ਸਿਆਣਾ ਸਮਝਦਾ, ਨਾ ਮੈਂ ਕਹਿੰਦੇ ਕੋਈ ਭੁੱਲ ਕਰਦਾ, ਨਾ ਮੈਂ ਕੋਈ ਭਰਮ ਭੁਲੇਖੇ ਵਿੱਚ ਪੈਂਦਾ। ਕਹਿੰਦੇ ਕਥੋਂ ਨਾ ਕਥਨੀ ਹੁਕਮ ਪਛਾਨਾ, ਕਹਿੰਦੇ ਮੈਂ ਕੋਈ ਚਤੁਰਾਈ ਦੀਆਂ ਗੱਲਾਂ ਨਹੀਂ ਕਰਦਾ, ਸਿਰਫ ਮੈਂ ਪਰਮਾਤਮਾ ਦੇ ਹੁਕਮ ਨੂੰ ਕਹਿੰਦੇ ਪਹਿਚਾਣ ਲਿਆ। ਨਾਨਕ ਜੀ ਕਹਿੰਦੇ ਨੇ ਜੋ ਵੀ ਗੁਰੂ ਦੀ ਮੱਤ ਤੇ ਚੱਲਦਾ ਹੈ ਉਹ ਸਹਿਜ ਵਿੱਚ ਸਮਾਈ ਪ੍ਰਾਪਤ ਕਰ ਲੈਂਦਾ ਹੈ। ਵਾਹਿਗੁਰੂ ਜੀ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ, ਗੁਰ ਅੰਕਸ ਸਚ ਸ਼ਬਦ ਨਿਸ਼ਾਨੈ, ਰਾਜ ਦੁਆਰੈ ਸੋਭ ਸੋ ਮਾਨੈ। ਕਹਿੰਦੇ ਜਿਹੜਾ ਜੀਵ ਦਾ ਮਨ ਹੈਗਾ ਉਹ ਕਹਿੰਦੇ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਜੰਗਲ ਦੇ ਵਿੱਚ ਹਾਥੀ, ਜਿਸ ਤਰ੍ਹਾਂ ਜੰਗਲ ਦੇ ਵਿੱਚ ਮਸਤ ਹਾਥੀ ਫਿਰਦਾ ਕਿ ਹਾਥੀ ਸਭ ਤੋਂ ਵੱਡਾ ਜਾਨਵਰ ਹੈ, ਤੇ ਇਸ ਤਰ੍ਹਾਂ ਮਨ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਡਾ ਹੈ ਜੋ ਸਭ ਕੁਝ ਨੂੰ ਆਪਣੇ ਵਸ ਵਿੱਚ ਕਰਦਾ ਹੈ। ਬਹੁਤੇ ਸੰਸਾਰ ਵਿੱਚ ਦੁਨੀਆ 'ਚ ਮਨ ਹੀ ਜੀਵ ਨੂੰ ਆਪਣੇ ਵਸ ਵਿੱਚ ਕਰਦਾ ਹੈ। ਪਰ ਜਿੱਥੇ ਕਹਿੰਦੇ ਗੁਰ ਅੰਕਸ ਸੱਚ ਸ਼ਬਦ ਨਿਸ਼ਾਨੈ, ਜਿੱਥੇ ਕਹਿੰਦੇ ਗੁਰੂ ਦਾ ਗਿਆਨ ਰੂਪੀ ਡੰਡਾ ਹੈ ਨਾ, ਤੇ ਗੁਰੂ ਦੇ ਸ਼ਬਦ ਦਾ ਨਿਸ਼ਾਨ ਜੀਵ ਤੇ ਪੈ ਜਾਂਦਾ, ਨਾਮ ਜਪਦਾ, ਉੱਥੇ ਕਹਿੰਦੇ ਕੀ ਹੁੰਦਾ, ਜੀਵ ਦਾ ਜਿਹੜਾ ਮਨ ਹੈਗਾ ਉਹ ਹਾਥੀ ਨਹੀਂ ਹੁੰਦਾ, ਉਹ ਹਾਥੀ ਦੀ ਬਜਾਏ ਕੀੜੀ ਬਣ ਜਾਂਦਾ। ਇੰਨੀ ਨਿਮਰਤਾ ਆ ਜਾਂਦੀ ਆ। ਉਹ ਜੀਵ ਫਿਰ ਕਹਿੰਦੇ ਰਾਜ ਦੁਆਰੇ ਸੋਭ ਸੋ ਮਾਨੈ, ਉਹ ਕਹਿੰਦੇ ਫਿਰ ਪਰਮਾਤਮਾ ਦੇ ਦਰਬਾਰ ਵਿੱਚ ਉਹਨੂੰ ਵਡਿਆਈ ਮਿਲਦੀ ਆ ਕਿਉਂਕਿ ਉਹ ਮਨ ਵਸ ਵਿੱਚ ਆ ਗਿਆ। ਚਤੁਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ। ਕਹਿੰਦੇ ਆਪਣੀ ਚਤੁਰਾਈ ਨਾਲ ਪਰਮਾਤਮਾ ਨਾਲ ਸਾਂਝ ਨਹੀਂ ਪਾਈ ਜਾ ਸਕਦੀ। ਜਦੋਂ ਤੱਕ ਕਹਿੰਦੇ ਮਨ ਮਰਦਾ ਨਹੀਂ ਹੈ ਨਾ, ਉਦੋਂ ਤੱਕ ਕਹਿੰਦੇ ਪਰਮਾਤਮਾ ਨਾਲ ਸਾਂਝ ਨਹੀਂ ਪੈਂਦੀ, ਪਰਮਾਤਮਾ ਦੇ ਜਿਹੜੇ ਨਾਮ ਦੀ ਕਦਰ ਨਹੀਂ ਪੈਂਦੀ ਹੈ। ਕਰ ਮਹਿ ਅੰਮ੍ਰਿਤ ਤਸ ਕਰ ਲਈ, ਨੰਨਾ ਕਾਰ ਨਾ ਕੋਏ ਕਰੇਈ। ਕਹਿੰਦੇ ਸਾਡੇ ਅੰਦਰ ਹਿਰਦੇ ਵਿੱਚ ਅੰਮ੍ਰਿਤ ਹੈ, ਕਹਿੰਦੇ ਪਰ ਚੋਰ ਕਹਿੰਦੇ ਜਿਹੜੇ ਵਿਕਾਰਾਂ ਰੂਪੀ ਚੋਰ ਨੇ ਉਸ ਅੰਮ੍ਰਿਤ ਨੂੰ ਕਹਿੰਦੇ ਚੋਰੀ ਕਰੀ ਜਾਂਦੇ ਨੇ, ਤੇ ਉਹਨਾਂ ਨੂੰ ਕੋਈ ਨਾ ਵੀ ਨਹੀਂ ਕਰਦਾ ਹੈਗਾ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਚੋਰੀ ਹੋ ਰਹੀ ਆ ਸਾਡੇ ਹਿਰਦੇ ਵਿੱਚੋਂ ਅੰਮ੍ਰਿਤ ਦੀ। ਰਾਖੈ ਆਪ ਵਡਿਆਈ ਦੇਈ, ਨੀਲ ਅਨੀਲ ਅਗਨ ਇਕਠਾਈ। ਕਹਿੰਦੇ ਜਦੋਂ ਪਰਮਾਤਮਾ ਕਹਿੰਦੇ ਆਪ ਕਿਸੇ ਜੀਵ ਦੀ ਰੱਖਿਆ ਕਰਦਾ ਵਿਕਾਰਾਂ ਵੱਲੋਂ, ਉਸ ਨੂੰ ਫਿਰ ਸੋਭਾ ਮਿਲਦੀ ਆ। ਕਹਿੰਦੇ ਸਾਡੇ ਹਿਰਦੇ ਦੇ ਵਿੱਚ ਜਿਹੜੀ ਤ੍ਰਿਸ਼ਨਾ ਦੀ ਅੱਗ ਆ, ਕਹਿੰਦੇ ਉਹ ਅਣਗਿਣਤ ਹੈ, ਉਹਦੀ ਗਿਣਤੀ ਨਹੀਂ ਹੋ ਸਕਦੀ ਕਿੰਨੀ ਮਾਤਰਾ 'ਚ ਹੈ। ਜਲ ਨਿਵਰੀ ਗੁਰ ਬੂਝ ਬੁਝਾਈ, ਮਨ ਦੇ ਲੀਆ ਰਹਿਸ ਗੁਣ ਗਾਈ। ਕਹਿੰਦੇ ਜਿਹੜੀ ਉਹ ਤ੍ਰਿਸ਼ਨਾ ਦੀ ਜਿਹੜੀ ਅੱਗ ਹੈਗੀ ਆ ਜੀਵ ਦੇ ਅੰਦਰ, ਉਹ ਜਦੋਂ ਗੁਰੂ ਵੱਲੋਂ ਕਹਿੰਦੇ ਸਮਝ ਮਿਲਦੀ ਹੈ ਜੀਵ ਨੂੰ, ਫੇਰ ਹੀ ਕਹਿੰਦੇ ਉਹ ਨਾਮ ਜਲ ਦੇ ਨਾਲ ਉਹ ਬੁਝ ਸਕਦੀ ਹੈ। ਕਹਿੰਦੇ ਜਿਹੜੇ ਮਨ ਦੇ ਲੀਆ ਰਹਿਸ ਗੁਣ ਗਾਈ, ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਹੈ
ਉਹ ਕਹਿੰਦੇ ਆਪਣਾ ਮਨ ਦੇ ਕੇ ਉਹਦੇ ਵੱਟੇ ਵਿੱਚ ਹੀ ਨਾਮ ਜਲ ਮਿਲਦਾ ਹੈ। ਤੇ ਜਿਸ ਜੀਵ ਨੂੰ ਕਹਿੰਦੇ ਇਹ ਮਿਲ ਜਾਂਦਾ ਹੈ ਫਿਰ ਉਹ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ, ਪਰ ਮਨ ਦੇ ਕੇ ਹੀ ਕਹਿੰਦੇ ਉਹ ਨਾਮ ਜਲ ਮਿਲਦਾ। ਜੈਸਾ ਘਰ ਬਾਹਰ ਸੋ ਤੈਸਾ, ਬੈਸ ਗੁਫਾ ਮਹਿ ਆਖੋ ਕੈਸਾ, ਸਾਗਰ ਡੂਗਰ ਨਿਰਭਉ ਐਸਾ। ਕਹਿੰਦੇ ਜਿਹੜਾ ਜੀਵ ਦਾ ਮਨ ਹੈਗਾ, ਜਿਸ ਤਰ੍ਹਾਂ ਕਹਿੰਦੇ ਗ੍ਰਹਿਸਥ ਵਿੱਚ ਰਹਿੰਦਿਆਂ ਹੈਗਾ ਉਸ ਤਰ੍ਹਾਂ ਹੀ ਕਹਿੰਦੇ ਕੋਈ ਜੰਗਲ ਵਿੱਚ ਤਿਆਗੀ ਬਣ ਕੇ ਜਾਂਦਾ। ਇਸ ਤਰ੍ਹਾਂ ਹੀ ਕਹਿੰਦੇ ਜੇ ਕੋਈ ਗੁਫਾ ਵਿੱਚ ਵੀ ਬੈਠ ਕੇ ਭਗਤੀ ਕਰਦਾ, ਜਾਂ ਕੋਈ ਤੀਰਥਾਂ 'ਤੇ ਭੱਜਿਆ ਫਿਰਦਾ, ਸਮੁੰਦਰਾਂ 'ਚ ਤਪ ਕਰਦਾ ਫਿਰਦਾ, ਕਿਤੇ ਕੰਢਿਆਂ 'ਤੇ ਬੈਠਦਾ ਫਿਰਦਾ, ਮਨ ਕਹਿੰਦੇ ਉਹਦਾ ਉਸ ਤਰ੍ਹਾਂ ਹੀ ਰਹਿੰਦਾ ਜਦ ਤੱਕ ਉਹਦੀ ਨਾਮ ਦੀ ਕਮਾਈ ਨਹੀਂ ਹੁੰਦੀ, ਅੰਮ੍ਰਿਤ ਨਾਮ ਨਹੀਂ ਉਹਨੂੰ ਮਿਲ ਜਾਂਦਾ। ਇਹ ਨਹੀਂ ਹੈ ਕਿ ਕੋਈ ਗ੍ਰਹਿਸਥੀ ਹੈ ਤਾਂ ਉਹਦਾ ਮਨ ਹੀ ਇਸ ਤਰ੍ਹਾਂ ਹੈ, ਜਿਹੜੇ ਕੋਈ ਤੀਰਥਾਂ ਦਾ ਰਟਨ ਕਰਦੇ ਨੇ ਉਹਨਾਂ ਦਾ ਮਨ ਕਾਬੂ ਵਿੱਚ ਆ ਗਿਆ। ਇਹ ਜੀ ਗੱਲ ਨਹੀਂ ਹੈ ਸੰਗਤ ਜੀ। ਇਹ ਤਾਂ ਜਿਸ ਜੀਵ ਨੇ ਨਾਮ ਦੀ ਕਮਾਈ ਕਰ ਲਈ, ਪਰਮਾਤਮਾ ਦੀ ਰਹਿਮਤ ਹੋ ਗਈ, ਉਹ ਚਾਹੇ ਗ੍ਰਹਿਸਥੀ ਆ ਚਾਹੇ ਤਿਆਗੀ ਆ, ਉਹਦਾ ਮਨ ਵਸ ਵਿੱਚ ਆ ਜਾਣਾ। ਮੂਏ ਕੋ ਕਹੁ ਮਾਰੇ ਕੌਣ, ਨਿਡਰੇ ਕੋ ਕੈਸਾ ਡਰ ਕਵਨ, ਸ਼ਬਦ ਪਛਾਨੈ ਤੀਨੇ ਪੌਣ। ਕਹਿੰਦੇ ਜਿਸ ਜੀਵ ਦਾ ਕਹਿੰਦੇ ਮਨ ਵਿਕਾਰਾਂ ਵੱਲੋਂ ਮਰ ਗਿਆ, ਫਿਰ ਕਹਿੰਦੇ ਉਹਦੇ 'ਤੇ ਹੋਰ ਜਿਹੜੇ ਵਿਕਾਰ ਨੇ ਉਹ ਕਹਿੰਦੇ ਆਪਣਾ ਆਪ ਮਤਲਬ ਵਿਕਾਰ ਉਹਦੇ 'ਤੇ ਭਾਰੂ ਨਹੀਂ ਬਣ ਸਕਦੇ, ਜਿਹਦਾ ਮਨ ਮਰ ਗਿਆ। ਨਿਡਰੇ ਕੋ ਕੈਸਾ ਡਰ ਕਵਨ, ਕਹਿੰਦੇ ਜੋ ਕਹਿੰਦੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਗਿਆ, ਫਿਰ ਕਹਿੰਦੇ ਉਹ ਨਿਡਰ ਹੋ ਗਿਆ, ਫਿਰ ਉਹਨੂੰ ਸੰਸਾਰ ਦਾ ਕੋਈ ਡਰ ਡਰਾ ਨਹੀਂ ਸਕਦਾ। ਉਹੀ ਜੀਵ ਫਿਰ ਕਹਿੰਦੇ ਤਿੰਨਾਂ ਕਹਿੰਦੇ ਭਵਨਾਂ ਦੇ ਵਿੱਚ ਉਸ ਪਰਮਾਤਮਾ ਨੂੰ ਪਛਾਣ ਲੈਂਦਾ ਕਿ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ। ਜਿਨ ਕਹਿਆ ਤਿਨ ਕਹਿਨ ਵਖਾਨਿਆ, ਜਿਨ ਬੂਝਿਆ ਤਿਨ ਸਹਿਜ ਪਛਾਨਿਆ, ਦੇਖ ਵਿਚਾਰ ਮੇਰਾ ਮਨ ਮਾਨਿਆ। ਕਹਿੰਦੇ ਇੱਕ ਹੈ ਜਿਸ ਜੀਵ ਨੇ ਪਰਮਾਤਮਾ ਨੂੰ ਅਨੁਭਵ ਨਹੀਂ ਕੀਤਾ, ਉਹਨੇ ਸਿਰਫ ਕਹਿਣ ਮਾਤਰ ਪਰਮਾਤਮਾ ਦੀਆਂ ਗੱਲਾਂ ਕੀਤੀਆਂ ਨੇ, ਪਰ ਕਹਿੰਦੇ ਮੇਰਾ ਮਨ ਦੇਖ ਵਿਚਾਰ ਕੇ ਕਹਿ ਰਿਹਾ ਕਿ ਵੀ ਜਿਸ ਨੇ ਪਰਮਾਤਮਾ ਦਾ ਅਨੁਭਵ ਕਰ ਲਿਆ ਉਹਨੇ ਹੀ ਫਿਰ ਜਿਹੜੀ ਆਤਮਿਕ ਅਡੋਲਤਾ, ਪਰਮਾਤਮਾ ਦਾ ਜਿਹੜਾ ਆਨੰਦ ਹੈ, ਸੁੱਖ ਆਨੰਦ, ਫਿਰ ਉਹਨੇ ਉਸ ਚੀਜ਼ ਦੀ ਉਹਨੂੰ ਅਸਲ 'ਚ ਪਹਿਚਾਣ ਹੋਈ ਆ, ਕਿਉਂਕਿ ਉਹਨੇ ਸਿਰਫ ਕਹਿਣ ਦੀ ਮਾਤਰ ਨਹੀਂ ਕਹਿ ਦਿੱਤਾ ਕਿ ਇਹ ਪਰਮਾਤਮਾ ਦਾ ਅਨੁਭਵ ਹੈ। ਜਿਸ ਨੂੰ ਅਸਲ ਦੇ ਵਿੱਚ ਉਹਦਾ ਅਨੁਭਵ ਹੋ ਗਿਆ, ਫਿਰ ਉਹੀ ਜਿਹੜਾ ਕਹਿੰਦੇ ਉਹ ਦੇਖ ਵਿਚਾਰ ਕੇ ਉਹਦਾ ਮਨ ਹੀ ਫਿਰ ਪਤੀਜਦਾ ਹੈ ਪਰਮਾਤਮਾ 'ਚ। ਕੀਰਤ ਸੂਰਤ ਮੁਕਤ ਇਕ ਨਾਈ, ਤਹੀ ਨਿਰੰਜਨ ਰਿਹਾ ਸਮਾਈ, ਨਿਜ ਕਰ ਵਿਆਪ ਰਿਹਾ ਨਿਜ ਠਾਈ। ਕਹਿੰਦੇ ਜਿਹੜਾ ਪਰਮਾਤਮਾ ਦਾ ਇੱਕ ਨਾਮ ਹੈ, ਇੱਕ ਨਾਮ ਹੈ, ਕਹਿੰਦੇ ਉਹਦੇ ਵਿੱਚ ਹੀ ਜੀਵ ਦੀ ਸੋਭਾ ਹੈ, ਉਹਦੇ ਵਿੱਚ ਹੀ ਸੁੰਦਰਤਾ ਹੈ, ਉਹਦੇ ਵਿੱਚ ਹੀ ਮੁਕਤੀ ਪ੍ਰਾਪਤ ਹੈ। ਇੱਕ ਨਾਮ ਦੇ ਵਿੱਚ ਹੀ ਸਾਰੇ ਗੁਣ ਆਉਂਦੇ ਨੇ। ਜਿਸ ਨੇ ਕਹਿੰਦੇ ਜਿੱਥੇ ਉਹ ਜੀਵ ਨੇ ਨਾਮ ਪ੍ਰਾਪਤ ਕਰ ਲਿਆ, ਤਹੀ ਨਿਰੰਜਨ ਰਿਹਾ ਸਮਾਈ, ਉੱਥੇ ਹੀ ਪਰਮਾਤਮਾ ਆਪ ਹੈ। ਜਿੱਥੇ ਨਾਮ ਉੱਥੇ ਪਰਮਾਤਮਾ ਆਪ। ਨਿਜ ਘਰ ਵਿਆਪ ਰਿਹਾ ਨਿਜ ਠਾਈ, ਕਹਿੰਦੇ ਉਸ ਹਿਰਦੇ ਘਰ ਵਿੱਚ ਜਿੱਥੇ ਕਹਿੰਦੇ ਪਰਮਾਤਮਾ ਪ੍ਰਗਟ ਹੋ ਗਿਆ, ਫਿਰ ਕਹਿੰਦੇ ਉਹ ਜੀਵ ਆਪਣੇ ਨਿਜ ਦੇ ਘਰ ਵਿੱਚ ਟਿਕ ਜਾਂਦਾ। ਉਹਦਾ ਫਿਰ ਮਨ ਚੰਚਲ ਨਹੀਂ ਹੁੰਦਾ, ਉਹ ਵਿਕਾਰਾਂ ਤੋਂ ਖਲਾਸੀ ਪਾ ਜਾਂਦਾ। ਉਸਤਤ ਕਰੈ ਕੇਤੇ ਮੁਨ ਪ੍ਰੀਤ, ਤਨ ਮਨ ਸੂਚੈ ਸਾਚ ਸੋਚੀਤ, ਨਾਨਕ ਹਰ ਭਜ ਨੀਤਾ ਨੀਤ। ਨਾਨਕ ਜੀ ਕਹਿੰਦੇ ਨੇ ਬਹੁਤ ਮੁਨੀ ਜਨ ਪ੍ਰੀਤ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ। ਉਹ ਆਪਣੇ ਤਨ ਨੂੰ ਵੀ ਮਨ ਨੂੰ ਵੀ ਸੁੱਚਾ ਕਰਦੇ ਨੇ,
ਤੇ ਉਸ ਪਰਮਾਤਮਾ ਨੂੰ ਚਿੱਤ ਵਿੱਚ ਵਸਾਉਂਦੇ ਨੇ। ਨਾਨਕ ਜੀ ਕਹਿੰਦੇ ਨੇ, ਹੇ ਜੀਵ, ਤੂੰ ਵੀ ਹਰ ਵਕਤ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ, ਉਸ ਪਰਮਾਤਮਾ ਦੀ ਜਿਸ ਨੇ ਸਾਨੂੰ ਸਭ ਕੁਝ ਦਿੱਤਾ। ਹਰ ਵਕਤ ਕਰ, ਹਰ ਰੋਜ਼ ਕਰ, ਹਰ ਪਲ ਕਰ। ਉਸ ਪਰਮਾਤਮਾ ਦਾ ਨਾਂ ਚੇਤੇ ਰੱਖ, ਆਪਣੇ ਹਿਰਦੇ ਵਿੱਚ ਵਸਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਗੁਰਬਾਣੀ ਦੀ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ ਦੇਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਇਸ ਅਣਜਾਣ ਬੱਚੀ ਦੀਆਂ ਬੇਅੰਤ ਗਲਤੀਆਂ ਬਖਸ਼ ਦੇਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ, ਵਾਹਿਗੁਰੂ।